ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਇਸਲਾਮਾਬਾਦ ਔਰ ਮੁਲਕ ਦੇ ਬਾਕੀ ਹਿੱਸਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਅੱਗ ਲੱਗ ਗਈ ਔਰ ਇਹ ਅੱਗ ਬੜੇ ਪੈਮਾਨੇ ਤੇ ਲੱਗੀ ਰਹੀ। ਖਾਸ ਤੌਰ ਤੇ ਇਸਲਾਮਾਬਾਦ ਦੇ ਜੰਗਲ ਜਿਹੜੇ ਨੇ ਉੱਥੇ ਅੱਗ ਲੱਗੇ ਤੇ ਜ਼ਿਆਦਾ ਤਸ਼ਵੀਸ਼ ਇਸ ਵਾਸਤੇ ਹੁੰਦੀ ਹੈ ਕਿ ਇਹ ਕੈਪੀਟਲ ਹੈ ਔਰ ਇੱਥੇ ਜਿਹੜੇ ਅੱਗ ਬੁਝਾਉਣ ਵਾਲੇ ਆਲਾਤ ਨੇ ਉਹ ਵੀ ਦਸਤਿਆਬ ਨੇ। ਜੰਗਲੀ ਹਯਾਤ ਦੇ ਤਹਫੁਜ਼ ਕਰਨ ਵਾਲੇ ਇਦਾਰੇ ਨੇ, ਉਹਨਾਂ ਦਾ ਅਮਲਾ ਮੌਜੂਦ ਹੈ। ਜੰਗਲਾਤ ਦਾ ਤਹਫੁਜ਼ ਕਰਨ ਵਾਲਾ ਅਮਲਾ ਮੌਜੂਦ ਹੈ ਔਰ ਫਿਰ ਸਭ ਨਾਲੋਂ ਵੱਡੀ ਗੱਲ ਇਹ ਵੇ ਕਿ ਇਹਨਾਂ ਸਾਰੇ ਮਹਿਕਮਿਆਂ ਦੇ ਅਮਲੇ ਦੇ ਉੱਤੇ ਨਿਗਰਾਨੀ ਕਰਨ ਵਾਸਤੇ ਬਕਾਇਦਾ ਤੌਰ ਤੇ ਆਲਾ ਤਰੀਨ ਹਕੂਮਤੀ ਜਿਹੜੇ ਜ਼ਿੰਮੇਦਾਰ ਨੇ ਉਹ ਦਸਤਿਆਬ ਹੁੰਦੇ ਨੇ। ਤੇ ਫਿਰ ਵੀ ਇਹ ਅੱਗ ਲੱਗਦੀ ਹੈ ਹਰ ਸਾਲ ਔਰ ਇਹ ਅੱਗ ਕਿਵੇਂ ਲੱਗਦੀ ਇਹਦੇ ਉੱਤੇ ਸਵਾਲ ਉੱਠਦੇ ਰਹੇ ਔਰ ਜਿਹੜੀ ਇਹ ਮਾਹੌਲੀਆਤ ਦੇ ਵਾਸਤੇ ਕੰਮ ਕਰਨ ਵਾਲੀਆਂ ਤਨਜ਼ੀਮਾਂ ਨੇ ਉਹ ਫਿਕਰਮੰਦ ਹੋਈਆਂ। ਉਹਨਾਂ ਨੇ ਜਦੋਂ ਇਹਦੀ ਫਾਈਂਡਿੰਗ ਆਪਣੇ ਤੌਰ ਤੇ ਕੀਤੀ, ਹਕੂਮਤ ਦਾ ਤਾਂ ਕੰਮ ਖੈਰ ਉਹ ਕਦੀ ਵੀ ਨਹੀਂ ਉਹਨੇ ਕੀਤਾ ਤੇ ਨਾ ਕਦੀ ਉਹਦੇ ਜ਼ਿੰਮੇਦਾਰਾਂ ਨੇ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਵਜੂਹਾਤ ਤੱਕ। ਤੇ ਜਦੋਂ ਮਾਹੌਲੀਆਤ ਦੇ ਕਾਰਕੁਨਾਂ ਨੇ ਪਤਾ ਲਾਇਆ ਤੇ ਉਹਨਾਂ ਦੇ ਸਾਹਮਣੇ ਬੜੇ ਹੈਰਤ ਅੰਗੇਜ਼ ਕਿਸਮ ਦੀਆਂ ਚੀਜ਼ਾਂ ਆਈਆਂ ਔਰ ਉਹ ਚੀਜ਼ਾਂ ਫਿਰ ਅਦਾਲਤ 'ਚ ਪਹੁੰਚੀਆਂ ਤੇ ਉੱਥੇ ਸੁਪਰੀਮ ਕੋਰਟ ਨੇ ਕੱਲ ਇਹਦੀ ਸਮਾਅਤ ਕੀਤੀ ਇਸ ਮਾਮਲੇ ਦੀ ਕਿ ਇਸਲਾਮਾਬਾਦ ਦਾ ਜਿਹੜਾ ਨੈਸ਼ਨਲ ਪਾਰਕ ਦਾ ਏਰੀਆ ਵੇ, ਇਹ ਖਾਸ ਏਰੀਆ ਕਈ ਕਿਲੋਮੀਟਰ ਦਾ, ਉਹਨੂੰ ਨੈਸ਼ਨਲ ਪਾਰਕ ਕਰਾਰ ਦਿੱਤਾ ਗਿਆ ਵੇ। ਉੱਥੇ ਕਿਸੇ ਕਿਸਮ ਦੀ ਤੁਸੀਂ ਕੰਸਟਰਕਸ਼ਨ ਨਹੀਂ ਕਰ ਸਕਦੇ, ਜੰਗਲੀ ਲੱਕੜੀਆਂ ਜਿਹੜੀਆਂ ਨੇ ਉਹ ਦਰਖਤ ਨਹੀਂ ਕੱਟ ਸਕਦੇ, ਉੱਥੇ ਕੋਈ ਹੋਰ ਆਪਣੀ ਮਰਜ਼ੀ ਦੀ ਤੁਸੀਂ ਤਨਸੀਬਾਤ ਨਹੀਂ ਬਣਾ ਸਕਦੇ। ਤੇ ਇਹ ਇਸ ਵਾਸਤੇ ਰੱਖਿਆ ਗਿਆ ਕਿ ਜੰਗਲੀ ਮਾਹੌਲ ਜਿਹੜਾ ਉਹ ਬਰਕਰਾਰ ਰਵੇ ਔਰ ਉੱਥੇ ਜਿਹੜੇ ਹੈਗੀਆਂ ਤਹਫੁਜ਼ ਰਵੇ ਜੰਗਲੀ ਹਯਾਤ ਨੂੰ ਵੀ। ਤੇ ਕੱਲ ਜਦੋਂ ਚੀਫ ਜਸਟਿਸ ਨੇ ਇਹਦੇ ਉੱਤੇ ਸਮਾਅਤ ਕੀਤੀ ਤੇ ਉਹਨਾਂ ਦੇ ਅੱਗੇ ਉਹ ਸਾਰੀਆਂ ਰਿਪੋਰਟਾਂ ਹੈਗੀਆਂ ਸੀ ਜਿਹੜੀਆਂ ਮਾਹੌਲੀਆਤੀ ਕਾਰਕੁਨਾਂ ਨੇ ਇਕੱਠੀਆਂ ਕੀਤੀਆਂ ਸੀ ਔਰ ਤਸਦੀਕਸ਼ੁਦਾ ਸਨ। ਏਜੰਸੀਜ਼ ਮੁਖਤਲਿਫ ਜਿਹੜੀਆਂ ਹੈਗੀਆਂ ਸੀ ਉਹਨਾਂ ਨੇ ਵੀ ਉਹਦੇ ਉੱਤੇ ਤਸਦੀਕ ਕੀਤੀ ਕਿ ਬਿਲਕੁਲ ਠੀਕ ਹੈ। ਉਹ ਫੈਕਟ ਕੀ ਨੇ, ਉਹ ਫੈਕਟ ਵੀ ਅਸੀਂ ਨਾਲ ਡਿਸਕਸ ਕਰਾਂਗੇ। ਤੇ ਚੀਫ ਜਸਟਿਸ ਨੇ ਜਿਹੜਾ ਆਰਡਰ ਕੀਤਾ, ਆਰਡਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਰੈਸਟੋਰੈਂਟ ਹੈਗੇ ਨੇ ਨੈਸ਼ਨਲ ਪਾਰਕ ਦੇ ਏਰੀਆ ਦੇ ਅੰਦਰ ਉਹ 3 ਮਹੀਨੇ ਦੇ ਵਿੱਚ ਬੰਦ ਕਰ ਦਿੱਤੇ ਜਾਣ। 3 ਮਹੀਨੇ ਦੀ ਮੋਹਲਤ ਦਿੱਤੀ ਕਿ ਉਹ ਰੈਸਟੋਰੈਂਟ ਬੰਦ ਕਰ ਦਿੱਤੇ ਜਾਣ। ਇਹਦੇ ਵਿੱਚ ਬਹੁਤ ਵੱਡੇ ਜਿਹੜੇ ਮਾਰੂਫ ਉੱਥੇ ਰੈਸਟੋਰੈਂਟ ਨੇ ਜਿੱਥੇ ਰਸ਼ ਟੁੱਟਦਾ ਹੀ ਨਹੀਂ ਹੈਗਾ, ਤੁਸੀਂ ਕਿਸੇ ਟਾਈਮ ਵੀ ਚਲੇ ਜਾਓ ਤੇ ਸੈਂਕੜਾਂ ਗੱਡੀਆਂ ਲੱਗੀਆਂ ਹੁੰਦੀਆਂ ਨੇ, ਤੇ ਉਹ ਵੀ ਰੈਸਟੋਰੈਂਟ ਜਿਹੜਾ ਹੈ ਉਹਨਾਂ ਨੇ ਕਿਹਾ ਬੰਦ ਕਰੋ। ਔਰ ਇਹ ਬੰਦ ਕਰਨ ਦੀ ਵਜ੍ਹਾ ਕੀ, ਇਹੀ ਗੱਲ ਵਿੱਚ ਜਿਹੜੀ ਕੜੀ ਹੈਗੀ ਹੈ ਕਿ ਇੱਥੇ ਜਿਹੜੇ ਰੈਸਟੋਰੈਂਟ ਬਣਨ ਡਏ ਨੇ ਉਹਨਾਂ ਦੀ ਵਜ੍ਹਾ ਨਾਲ ਹੀ ਜੰਗਲਾਂ 'ਚ ਅੱਗ ਲੱਗ ਰਹੀ। ਤੇ ਚੀਫ ਜਸਟਿਸ ਨੇ ਕੱਲ ਬੁਲਾਇਆ ਹੋਇਆ ਸੀ CDA ਦੇ ਚੇਅਰਮੈਨ ਨੂੰ। ਉਹਨਾਂ ਕਿਹਾ ਜਨਾਬ ਗੱਲ ਇਹ ਕਿ ਸਾਡੇ ਸਾਹਮਣੇ ਰਿਪੋਰਟ ਹੈ ਕਿ CDA ਦਾ ਅਮਲਾ ਜਿਹੜਾ ਹੈ ਉਹ ਦਰਖਤਾਂ ਨੂੰ ਆਪ ਅੱਗ ਲਾਉਂਦਾ ਹੈ ਔਰ ਇਹ ਅੱਗ ਲਾਉਣ ਦੀ ਵਜ੍ਹਾ ਕੀ, ਅੱਗ ਇਸ ਵਾਸਤੇ ਲਾਈ ਜਾਂਦੀ ਕਿ ਉਹ ਜਿਹੜੇ ਰੈਸਟੋਰੈਂਟਸ ਨੇ ਉਹ ਉਹਨਾਂ ਵਾਸਤੇ ਜਗ੍ਹਾ ਬਣਦੀ ਔਰ ਫਿਰ ਜਿਹੜੇ ਨਵੇਂ ਕੋਈ ਲੋਕਾਂ ਨੇ ਅਪਲਾਈ ਕੀਤਾ ਹੁੰਦਾ ਰੈਸਟੋਰੈਂਟਸ ਵਾਸਤੇ, ਉਹ ਕਹਿੰਦੇ ਨੇ ਕਿ ਜਨਾਬ ਇੱਥੇ ਤਾਂ ਦਰਖਤ ਨਹੀਂ ਹੈਗੇ ਤੇ ਇਹ ਜਗ੍ਹਾ ਸਾਫ਼ ਹੈਗੀ ਤੇ ਸਾਨੂੰ ਇਸ ਵਾਸਤੇ ਇਹ ਜਗ੍ਹਾ ਅਲਾਟ ਕੀਤੀ ਜਾਵੇ। ਤੇ ਉਹ ਆਪਣਾ ਕੇਸ ਬਣਾਉਣ ਵਾਸਤੇ ਅਲਾਟਮੈਂਟ ਦਾ ਦਰਖਤਾਂ ਨੂੰ ਅੱਗ ਲਵਾਈ ਜਾਂਦੀ ਹੈ ਔਰ ਉੱਥੇ ਦੀ ਜੰਗਲੀ ਹਯਾਤ ਵਾਸਤੇ ਦਰਖਤਾਂ ਵਾਸਤੇ ਖਤਰਾਤ ਪੈਦਾ ਕੀਤੇ ਜਾਂਦੇ ਨੇ। ਇਹ ਬੇਰਹਿਮੀ ਜਿਹੜੀ ਹੈਗੀ ਇਹ ਸਾਡੇ ਸਾਹਮਣੇ ਆਈ। ਤੇ ਮੈਂ ਸੋਚਦਾ ਜਿਵੇਂ ਉਹ ਸਾਡੇ ਇੱਕ ਇਦਾਰਾ ਹੁੰਦਾ ਸੀ ਨਾ, ਇੰਸਦਾਦੇ ਬੇਰਹਿਮੀ ਜਾਨਵਰਾਂ, ਉਹ ਪੰਜਾਬੀ 'ਚ ਉਹਨੂੰ ਕਹਿੰਦੇ ਸੀ ਬ੍ਰਹਮੀ ਵਾਲੇ। ਤੇ ਉਹ ਜੇ ਕਿਤੇ ਮਾੜਾ ਘੋੜਾ ਕਿਤੇ ਵੇਖਣਾ, ਮਾੜਾ ਕੋਈ ਪਾਲਤੂ ਜਾਨਵਰ ਵੇਖਣਾ ਤੇ ਉਹਨਾਂ ਨੇ ਮਾਲਕਾਂ ਕੋਲੋਂ ਖੋਹ ਲੈਣਾ। ਖੋਤੇ ਮਾੜੇ ਵੇਖਣੇ, ਕਿਸੇ ਜੋਏ ਨੇ ਅੱਗੇ ਤੇ ਉਹਦੇ ਭਾਰ ਬਹੁਤਾ ਪਾਇਆ ਤੇ ਖੋਤਾ ਮਾੜਾ ਉਹਨਾਂ ਨੂੰ, ਤੇ ਉਹਨਾਂ ਨੇ ਉਹ ਵੀ ਖੋਹ ਲੈਣਾ। ਉਹਨਾਂ ਨੇ ਕਹਿਣਾ ਕਿ ਤੁਸੀਂ ਇਹਨਾਂ ਜਾਨਵਰਾਂ ਦੇ ਨਾਲ ਇਹ ਬੇਰਹਿਮੀ ਦਾ ਸਲੂਕ ਕਰਦੇ ਜੇ ਤੇ ਇਸ ਵਾਸਤੇ ਇਹ ਗਵਰਨਮੈਂਟ ਦੇ ਖਾਤੇ 'ਚ ਜਮ੍ਹਾਂ ਹੋ ਗਏ। ਫਿਰ ਉੱਥੇ ਉਹਦਾ ਇਲਾਜ ਹੁੰਦਾ ਸੀ ਜਾਨਵਰ ਦਾ ਤੇ ਇੱਕ ਖਾਸ ਜੁਰਮਾਨਾ ਅਦਾ ਕਰਕੇ ਉਹ ਫਿਰ ਮਾਲਕ ਜਿਹੜਾ ਸੀ ਉਹ ਆਪਣਾ ਜਾਨਵਰ ਲੈਂਦਾ ਸੀ। ਤੇ ਇਹ ਜਿਹੜਾ ਨੈਸ਼ਨਲ ਪਾਰਕ ਹੈਗਾ ਇਹਦੀ ਤਾਂ ਹਾਲਤ ਮੈਂ ਕਹਿੰਦਾ ਵਾਂ ਕਿ ਕੋਈ ਵਾਲੀ ਵਾਰਸ ਕੋਈ ਨਹੀਂ ਹੈਗਾ ਕਿ ਉਹ ਜਾਨਵਰਾਂ ਤੋਂ ਵੀ ਬਿਹਤਰ ਜਿਹੜਾ ਬਦਤਰ ਜਿਹੜਾ ਸਲੂਕ ਹੈ ਉਹ ਉੱਥੇ ਨੈਸ਼ਨਲ ਪਾਰਕ ਦੇ ਨਾਲ ਹੋ ਰਿਹਾ। ਔਰ ਹਕੂਮਤ ਜਿਹੜੀ ਹੈ ਬਾਹਰੋਂ ਫੰਡਸ ਲੈਂਦੀ, ਕਰੋੜਾਂ ਡਾਲਰ ਆਉਂਦੇ ਨੇ ਸਾਨੂੰ ਮਾਹੌਲੀਆਤ ਦੇ ਨਾਂ ਤੇ, ਔਰ ਉਹ ਕਿੱਥੇ ਜਾਂਦੇ ਨੇ, ਕੌਣ ਖਾ ਜਾਂਦਾ ਹੈ, ਕਿਹਦੇ ਵਾਸਤੇ ਗੱਡੀਆਂ ਆ ਜਾਂਦੀਆਂ ਨੇ, ਕੋਈ ਦਫ਼ਤਰਾਂ ਦੀ ਰੈਨੋਵੇਸ਼ਨ ਦੇ ਉੱਤੇ ਲੱਗ ਜਾਂਦੇ ਨੇ ਪੈਸੇ,
ਤੇ ਪ੍ਰੈਕਟੀਕਲੀ ਜਿੱਥੇ ਫੀਲਡ ਦੇ ਵਿੱਚ ਪੈਸੇ ਖਰਚ ਹੋਣੇ ਚਾਹੀਦੇ ਨੇ, ਉੱਥੇ ਪੈਸੇ ਖਰਚ ਨਹੀਂ ਹੁੰਦੇ, ਉੱਥੇ ਆਲਾਤ ਨਹੀਂ ਲਏ ਜਾਂਦੇ ਔਰ ਟ੍ਰੇਨਿੰਗ ਨਹੀਂ ਦਵਾਈ ਜਾਂਦੀ ਲੋਕਾਂ ਨੂੰ। ਤੇ ਜੇ ਟ੍ਰੇਨਿੰਗ ਕਾਗਜ਼ੀ ਦਵਾਈ ਵੀ ਜਾਵੇ, ਉਹ ਦੱਸਣ ਵਾਸਤੇ ਅਗਲੀ ਪਾਰਟੀ ਜਿਨ੍ਹਾਂ ਕੋਲੋਂ ਡੋਨੇਸ਼ਨ ਲਿਆ ਹੁੰਦਾ ਕਿ ਅਸੀਂ ਟ੍ਰੇਨਿੰਗ ਕਰਾਈ, ਤਾਂ ਆਪੇ ਹੀ ਉਹ ਜਿਹੜੇ ਬੰਦੇ ਨੇ ਮਹਿਕਮੇ ਦੇ, ਉਹਨਾਂ ਨੂੰ ਫੜ ਕੇ ਇੱਕ ਮੀਟਿੰਗ ਫੋਟੋ ਉਹ ਸੈਸ਼ਨ ਹੁੰਦਾ ਵੇ, ਵੀਡੀਓਜ਼ ਬਣਾਈਆਂ ਜਾਂਦੀਆਂ, ਉਹ ਘੱਲ ਦਿੱਤੀਆਂ ਜਾਂਦੀਆਂ ਕਿ ਇਹ ਸੈਸ਼ਨ ਹੋਇਆ, ਇਹ ਅਸੀਂ ਟ੍ਰੇਨਿੰਗ ਦਿੱਤੀ, ਤੇ ਉਹਦਾ ਨਤੀਜਾ ਕੋਈ ਨਹੀਂ ਨਿਕਲਦਾ। ਤੇ ਇਹ ਜਨਾਬ ਜਿਹੜੇ ਨੈਸ਼ਨਲ ਪਾਰਕ ਹੈ, ਇਹ ਕੌਮੀ ਇੱਕ ਅਸਾਸਾ ਹੈ ਸਾਡਾ। ਜਿਵੇਂ ਬਾਕੀ ਅਸਾਸਿਆਂ ਦਾ ਹਾਲ ਹੋਣ ਡਿਆ, ਤੇ ਉਹੀ ਇਹ ਹਾਲ ਇੱਥੇ ਹੋਣ ਡਿਆ। ਤੇ ਇਹ ਰੈਸਟੋਰੈਂਟਸ ਜਿਹੜੇ ਨੇ, ਸਾਡੀ ਜਿਹੜੀ ਇਲੀਟ ਹੈਗੀ ਹੁਕਮਰਾਨ ਅਸ਼ਰਾਫੀਆ, ਜਿੰਦਾ ਪਹਿਲੇ ਹੀ ਪਾਕਿਸਤਾਨ ਦੇ ਵਸਾਇਲ ਦੇ ਉੱਤੇ ਕਬਜ਼ਾ ਹੈ, ਔਰ ਜਿੱਥੇ ਉਹ ਵੇਖਦੀ ਹੈ ਕਿ ਇੱਥੋਂ ਹੋਰ ਮੁਨਾਫਾ ਮਿਲ ਸਕਦਾ ਹੈ, ਉਹ ਉਸ ਪਾਸੇ ਉਹਦਾ ਧਿਆਨ ਹੋ ਜਾਂਦਾ ਹੈ। ਉਹ ਵੱਡੇ ਮਾਲਸ ਬਣਾਉਣੇ ਹੋਣ, ਉਹ ਕੰਸਟਰਕਸ਼ਨ ਦੇ ਵੱਡੇ ਪ੍ਰੋਜੈਕਟ ਹੋਣ, ਉਹ ਐਨਰਜੀ ਦੇ ਮਨਸੂਬਿਆਂ ਦੇ ਇਰਦ ਗਿਰਦ ਦੀ ਕੋਈ ਚੀਜ਼ਾਂ ਹੋਣ, ਇਹ ਸਾਡੀ ਇਲੀਟ ਨੂੰ ਖੁਸ਼ਬੂ ਆ ਜਾਂਦੀ ਪੈਸਿਆਂ ਦੀ। ਤੇ ਉਹਨੂੰ ਇਹ ਪਰਵਾਹ ਨਹੀਂ ਹੁੰਦੀ ਕਿ ਕਾਨੂੰਨ ਤੇ ਆਇਨ ਤੇ ਇਹ ਚੀਜ਼ਾਂ ਕੀ ਕਹਿੰਦੀਆਂ ਨੇ। ਉਹਦੇ ਵਾਸਤੇ ਗੁੰਜਾਇਸ਼ ਬਣਾ ਲੈਂਦੀ, ਤੇ ਗੁੰਜਾਇਸ਼ ਪੈਦਾ ਕਰਨ ਵਾਸਤੇ ਕੀ ਕਰਦੇ, ਉਸ ਮਹਿਕਮੇ ਦੇ ਲੋਕਾਂ ਨੂੰ ਨਾਰ ਲਾਉਂਦੀ, ਤੇ ਫਿਰ ਉਹ ਆਪਣੇ ਵਾਸਤੇ ਸਾਜ਼ਗਾਰ ਮਾਹੌਲ ਬਣਾਉਂਦੀ, ਔਰ ਜਿਹੜੇ ਲਾਜ਼ ਹੁੰਦੇ ਨੇ ਉਹਨਾਂ ਨੂੰ ਵੀ ਧੋਖਾ ਦੇਣ ਦਾ ਇੰਤਜ਼ਾਮ ਕਰ ਲਿਆ ਜਾਂਦਾ ਹੈ। ਤੇ ਨੈਸ਼ਨਲ ਪਾਰਕ ਦਾ ਜਿਹੜਾ ਏਰੀਆ ਹੈ, ਇੱਥੇ ਕੁਦਰਤੀ ਜੰਗਲਾਤ ਨੇ ਔਰ ਬਹੁਤ ਵੱਡੀ ਤਾਦਾਦ 'ਚ, ਔਰ ਇਹ ਪਹਾੜੀ ਜੰਗਲਾਤ ਜਿਹੜੇ ਨੇ, ਇਹ ਸੈਂਕੜਾ ਕਿਸਮ ਦੇ ਜਾਨਵਰਾਂ ਦਾ ਮਸਕਨ ਵੀ ਨੇ, ਇੱਥੇ ਟਿਕਾਣਾ ਹੈ। ਔਰ ਉੱਥੇ ਤਾਂ ਈਵਨ ਕਿ ਚੀਤੇ ਵਗੈਰਾ ਤੇ ਕਈ ਤਰ੍ਹਾਂ ਦੇ ਫੀਜ਼ੈਂਟ ਜਿਹੜੇ ਨੇ, ਔਰ ਹਿਰਨ ਨੇ, ਤੇ ਇਹ ਸਾਰੀਆਂ ਚੀਜ਼ਾਂ ਉੱਥੇ ਹੈਗੀਆਂ ਨੇ। ਫਿਰ ਕਈ ਤਰ੍ਹਾਂ ਦੇ ਕੀੜੇ ਨੇ, ਇਹ ਜਿਵੇਂ ਮਿੱਟੀ ਦਾ ਬਾਇਓਡਾਟਾ ਹੁੰਦਾ ਨਾ, ਬਾਇਓਡਾਟਾ ਵੀ ਕੀੜੇ ਹੁੰਦੇ ਨੇ, ਤੇ ਉਹ ਕਰੋੜਾਂ ਦੀ ਤਾਦਾਦ 'ਚ ਹੁੰਦੇ ਨੇ ਥੋੜ੍ਹੀ ਜਗ੍ਹਾ। ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਜੰਗਲਾਤ ਨੇ, ਇੱਥੇ ਵੀ ਬਹੁਤ ਸਾਰੇ ਕੀੜੇ ਵੀ ਹੁੰਦੇ ਨੇ, ਔਰ ਉਹ ਕੀੜੇ ਹਸ਼ਰਾਤ ਦੀਆਂ ਜਿਹੜੀਆਂ ਕਿਸਮਾਂ ਨੇ, ਉਹਨਾਂ ਦੀ ਇੱਕ ਅਹਿਮੀਅਤ ਹੈਗੀ ਹੈ ਕੁਦਰਤੀ ਨਿਜ਼ਾਮ ਦੇ ਅੰਦਰ। ਤੇ ਇਹ ਜਨਾਬ ਜਿਹੜਾ ਨੈਸ਼ਨਲ ਪਾਰਕ ਦੀ ਤਬਾਹੀ ਹੈ, ਇਹਦੇ ਵਾਸਤੇ ਮੈਂ ਸਮਝਦਾ ਵਾਂ ਕਿ ਸਿਰਫ ਇਹ ਕਾਫੀ ਨਹੀਂ ਹੈਗਾ ਕਿ 3 ਮਹੀਨੇ ਦੀ ਮੋਹਲਤ ਦੇ ਦਿੱਤੀ ਜਾਵੇ ਤੁਸੀਂ ਇਸ ਸਿਸਟਮ ਨੂੰ ਬੰਦ ਕਰਨ ਦੀ। ਔਰ ਮੈਨੂੰ ਇਹ ਵੀ ਖਦਸ਼ਾ ਹੈ ਕਿ ਇਹ ਜਿਨ੍ਹਾਂ ਲੋਕਾਂ ਦੇ ਕਾਰੋਬਾਰ ਨੇ ਨਾ, ਔਰ ਜਿਹੜੇ ਇਹਨਾਂ ਦੇ ਪੁਸ਼ਤਪਨਾਹ ਨੇ, ਉਹ 3 ਮਹੀਨੇ ਦੇ ਵਿੱਚ ਕੋਈ ਹੋਰ ਰਾਹ ਕੱਢ ਕੇ ਤੇ ਅਦਾਲਤ ਕੋਲੋਂ ਰਿਲੀਫ ਵੀ ਲੈ ਲੈਣਗੇ। ਮੈਨੂੰ ਇਹ ਖਦਸ਼ਾ ਹੈਗਾ ਵੇ। ਤੇ ਬਿਹਤਰ ਹੈ ਕਿ ਇੱਥੇ ਜਨਾਬ ਹਰ ਤਰ੍ਹਾਂ ਦਾ ਕਾਰੋਬਾਰ ਬੰਦ ਇਹਨਾਂ ਲੋਕਾਂ ਦਾ ਕਰਵਾਇਆ ਜਾਵੇ, ਤੇ ਇਹਦੇ ਬਜਾਏ ਉੱਥੇ ਕੋਈ ਖਾਣ ਪੀਣ ਦੇ ਢਾਬੇ ਜੇ ਬਣਾ ਦਿੱਤੇ ਜਾਣ, ਇਸ ਤੋਂ ਜ਼ਿਆਦਾ ਦੀ ਗੁੰਜਾਇਸ਼ ਨਾ ਹੋਵੇ। ਵੱਡੇ ਵੱਡੇ ਹੋਟਲਾਂ ਦੀ ਇਹ ਵਾਲੇ ਜੇ ਗੁੰਜਾਇਸ਼ ਤੁਸੀਂ ਦਿਓਗੇ, ਤੇ ਫਿਰ ਇੰਝ ਹੀ ਹੋਵੇਗਾ। ਔਰ ਫਿਰ ਦੂਸਰਾ ਇੱਕ ਹੋਰ ਗੱਲ ਹੈ, ਜਿਹੜੇ ਲੋਕ ਸ਼ਹਿਰ ਛੱਡ ਕੇ ਤਾਂ ਉੱਥੇ ਸਿਰਫ ਖਾਣਾ ਖਾਣ ਜਾਂਦੇ ਨੇ ਨਾ, ਉਹਨਾਂ ਨੂੰ ਵੀ ਸ਼ਰਮ ਕਰਨੀ ਚਾਹੀਦੀ। ਉਹਨਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਇੱਕ ਤਾਂ ਉਹ ਜਾ ਕੇ ਉੱਥੇ ਜਨਾਬ 50-60 ਹਜ਼ਾਰ ਰੁਪਏ ਦਾ ਖਾਣਾ ਖਾਂਦੇ ਨੇ, ਤੇ ਦੂਸਰਾ ਉਹ ਮੌਕਾ ਦਿੰਦੇ ਨੇ ਉੱਥੋਂ ਦੇ ਲੋਕਾਂ ਨੂੰ, ਉਹ ਰੈਸਟੋਰੈਂਟਸ ਵਾਲਿਆਂ ਨੂੰ, ਕਿ ਮਜ਼ੀਦ ਜੰਗਲ ਵੱਢਣ ਤੇ ਇਹਨਾਂ ਦੇ ਖਾਣ ਦੇ ਬਹਿਣ ਵਾਸਤੇ ਇੰਤਜ਼ਾਮ ਕਰਨ। ਤੇ ਉਹਦਾ ਬਾਈਕਾਟ ਕਰਨਾ ਚਾਹੀਦਾ ਲੋਕਾਂ ਨੂੰ, ਇਹਨਾਂ ਸਾਰੇ ਰੈਸਟੋਰੈਂਟਸ ਦਾ। ਔਰ ਸ਼ਹਿਰ ਦੇ ਵਿੱਚ ਜਿਹੜੇ ਖਾਣੇ ਦੇ ਹੈਗੇ ਨੇ, ਢਾਬੇ ਨੇ, ਹੋਟਲ ਹੈਗੇ ਨੇ, ਮਾਰਕੀਟਸ ਨੇ, ਫੂਡ ਦੀ ਉੱਥੇ ਹੈਗੀ ਹੈ ਮਾਰਕੀਟ ਪੂਰੀ, ਤੇ ਉੱਥੇ ਜਾਣ, ਫੂਡ ਸਟਰੀਟ 'ਤੇ ਜਾਣ। ਤੇ ਇਹਨਾਂ ਚੀਜ਼ਾਂ ਨੂੰ ਜ਼ਰਾ ਸਾਨੂੰ ਆਪਣੀ ਆਦਤਾਂ ਵੀ ਠੀਕ ਕਰਨੀਆਂ ਪੈਣਗੀਆਂ, ਔਰ ਗਵਰਨਮੈਂਟ ਦੇ ਉੱਤੇ ਭਾਰ ਪਾਉਣ ਵਾਸਤੇ ਵੀ ਕੁਝ ਸਾਨੂੰ ਕੋਈ ਕੰਪੇਨ ਕਰਨੀ ਪਏਗੀ। ਤੇ ਮੇਰਾ ਖਿਆਲ ਹੈ ਕਿ ਇਹ ਜਿਹੜੇ ਨੈਸ਼ਨਲ ਪਾਰਕ ਦੇ ਵਿੱਚ ਰੈਸਟੋਰੈਂਟਸ ਨੇ, ਇਹਨਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਤੇ ਜਿੰਦੇ ਰਹੋ, ਵਸਦੇ ਰਹੋ ਜਨਾਬ, ਤੇ ਕੋਈ ਨਵੀਂ ਚੀਜ਼ ਜਿਹੜੀ ਉਹਦੇ ਵੱਲ ਤਵੱਜੋ ਵੀ ਰੱਖਿਆ ਕਰੋ।